वाहेगुरु जी का खालसा वाहेगुरु जी की फतेह। गुरु जी ने सिक्खी परखणी ਅਤੇ ਪੰਜ ਪਿਆਰੇ ਸਾਜਣੇ। सतगुरु जी ने संमत 1756 ਦੀ ਵਿਸਾਖੀ ਦੇ ਮੇਲੇ ਉੱਤੇ ਇਕੱਠੇ ਹੋਣ ਵਾਸਤੇ ਜੋ ਸਭ ਦੇਸ਼ ਪ੍ਰਦੇਸ਼ ਦੇ ਸਿੱਖਾਂ ਨੂੰ ਚਾਰੇ ਪਾਸੇ ਹੁਕਮਨਾਮੇ ਭੇਜੇ ਸਨ, ਉਹਨਾਂ ਅਨੁਸਾਰ ਬੇਅੰਤ ਸੰਗਤਾਂ ਆਨੰਦਪੁਰ ਪਹੁੰਚ ਗਈਆਂ। ਸਭ ਦੇ ਰਹਿਣ ਸਹਿਣ ਅਤੇ ਲੰਗਰ ਦਾ ਪ੍ਰਬੰਧ ਸਤਿਗੁਰੂ ਜੀ ਨੇ ਦਮਦਮੇ ਸਾਹਿਬ ਦੇ ਲਾਗੇ ਕਰਵਾ ਦਿੱਤਾ। ਦੋਵੇਂ ਵੇਲੇ ਸਵੇਰ ਸ਼ਾਮ ਦੀਵਾਨ ਸਜਦੇ ਅਤੇ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਪਦੇਸ਼ ਸੁਣ ਕੇ ਆਪਣਾ ਜੀਵਨ ਸਫਲ ਕਰਦੀਆਂ। ਅੱਜ ਅੰਮ੍ਰਿਤ ਵੇਲੇ ਹੀ ਇੱਕ ਬਹੁਤ ਵੱਡੇ ਪੰਡਾਲ ਵਿੱਚ ਸਤਿਗੁਰੂ ਜੀ ਦਾ ਦੀਵਾਨ ਸਜ ਗਿਆ। ਹਜ਼ਾਰਾਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਉਪਦੇਸ਼ ਵਾਸਤੇ ਦੀਵਾਨ ਵਿੱਚ ਹਾਜ਼ਰ ਹੋ ਗਈਆਂ। ਸਤਿਗੁਰੂ ਜੀ ਆਪ ਵੀ ਸ਼ਸਤਰ ਬਸਤਰ ਕਰਕੇ ਕਲਗੀ ਜਗ੍ਹਾ ਸਜਾ ਕੇ ਸੰਗਤਾਂ ਦੀ ਇੱਕ ਵੱਡੀ ਭੀੜ ਨਾਲ ਦੀਵਾਨ ਵਿੱਚ ਆਣ ਕੇ ਆਪਣੇ ਉੱਚੇ ਸੁੰਦਰ ਸਿੰਘਾਸਨ ਉੱਤੇ ਬਿਰਾਜਮਾਨ ਹੋ ਗਏ। ਜਦ ਦੀਵਾਨ ਆਪਣੇ ਪੂਰੇ ਜੋਬਨ ਵਿੱਚ ਠਾਠਾ ਮਾਰਨ ਲੱਗਾ, ਹਜ਼ਾਰਾਂ ਸਿੱਖ ਸੰਗਤਾਂ ਬੈਠ ਕੇ ਦਰਸ਼ਨ ਉਪਦੇਸ਼ ਲੈ ਰਹੀਆਂ ਸਨ, ਤਾਂ ਆਪ ਜੀ ਆਪਣੇ ਸੱਜੇ ਹੱਥ ਵਿੱਚ ਇੱਕ ਚਮਕਦੀ ਹੋਈ ਕਿਰਪਾਨ ਫੜ ਕੇ ਉੱਚੀ ਆਵਾਜ਼ ਨਾਲ ਖੜੇ ਹੋ ਕੇ ਬੋਲੇ, ਮੇਰਾ ਕੋਈ ਪਿਆਰਾ ਸਿੱਖ ਹੈ ਜੋ ਇਸ ਵੇਲੇ ਮੈਨੂੰ ਆਪਣਾ ਸਿਰ ਦੇਵੇ। ਇਉਂ ਆਖ ਕੇ ਆਪ ਜੀ ਆਪਣੀ ਚਮਕਦੀ ਹੋਈ ਕਿਰਪਾਨ ਵੱਲ ਵੇਖਣ ਲੱਗ ਪਏ ਅਤੇ ਸਾਰੀ ਸੰਗਤ ਨੇ ਹੈਰਾਨੀ ਨਾਲ ਸੁਣ ਕੇ ਸਿਰ ਨੀਵੇਂ ਕਰ ਲਏ। ਕੁਝ ਚਿਰ ਉਡੀਕ ਕਰਕੇ ਗੁਰੂ ਜੀ ਫੇਰ ਬੋਲੇ ਕਿ ਧੀਰ ਜਵਾਨ ਪਿਆਰਾ ਸਿੱਖ ਸਾਨੂੰ ਆਪਣੇ ਸਿਰ ਦਾ ਦਾਨ ਦੇਵੇ। ਸੰਗਤ ਫੇਰ ਵੀ ਸਾਰੀ ਸਿਰ ਨੀਵਾਂ ਕਰਕੇ ਚੁੱਪ ਕਰਕੇ ਬੈਠ ਰਹੀ। ਕੁਛ ਦੇਰ ਉਡੀਕ ਕੇ ਆਪ ਜੀ ਨੇ ਤੀਸਰੀ ਵਾਰ ਜਦ ਫੇਰ ਉਹੀ ਬਚਨ ਕਿਹਾ, ਤਾਂ ਇੱਕ ਲਾਹੌਰ ਦੇ ਖੱਤਰੀ ਸਿੱਖ ਦਇਆ ਰਾਮ ਨੇ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਮੇਰਾ ਸਿਰ ਲੈ ਲਵੋ ਜੀ, ਮੈਂ ਹਾਜ਼ਰ ਹਾਂ। ਸਤਿਗੁਰੂ ਜੀ ਨੇ ਕਿਹਾ, ਭਾਈ ਸਿੱਖਾ, ਸਿਰ ਦੇਣਾ ਹੈ ਤਾਂ ਅੱਗੇ ਆ ਜਾ। ਜਦ ਭਾਈ ਦਇਆ ਰਾਮ ਅੱਗੇ ਆਇਆ ਤਾਂ ਆਪ ਜੀ ਨੇ ਉਸ ਨੂੰ ਬਾਹੋਂ ਫੜ ਕੇ ਕਾਲੀ ਨਾਲ ਤੰਬੂ ਵਿੱਚ ਲੈ ਗਏ ਅਤੇ ਲਹੂ ਨਾਲ ਲਿਬੜੀ ਹੋਈ ਕਿਰਪਾਨ ਲੈ ਕੇ ਤੰਬੂ ਤੋਂ ਬਾਹਰ ਆ ਖੜੇ ਹੋਏ। ਲਹੂ ਚੋਂਦੀ ਤਲਵਾਰ ਵੇਖ ਕੇ ਸਭ ਨੇ ਸਮਝ ਲਿਆ ਕਿ ਗੁਰੂ ਜੀ ਨੇ ਭਾਈ ਦਇਆ ਰਾਮ ਨੂੰ ਸ਼ਹੀਦ ਕਰ ਦਿੱਤਾ ਹੈ। ਜਦ ਤੰਬੂ ਤੋਂ ਬਾਹਰ ਲਹੂ ਵਗਦਾ ਵੀ ਸਭ ਨੇ ਵੇਖਿਆ ਤਾਂ ਸਾਰੀ ਸੰਗਤ ਸਹਿਮ ਗਈ, ਪਰ ਬੋਲ ਕੋਈ ਨਾ ਸਕੇ। ਆਪਣੇ ਥਾਂ ਸਾਰੇ ਹੀ ਡਰ ਨਾਲ ਕੰਬਣ ਲੱਗ ਪਏ ਅਤੇ ਅਨੇਕ ਪ੍ਰਕਾਰ ਦੀਆਂ ਕਲਪਨਾ ਕਰਨ ਲੱਗੇ। ਕੋਈ ਆਖੇ ਗੁਰੂ ਜੀ ਨੇ ਜੋ ਦੇਵੀ ਸਿੱਧ ਕੀਤੀ ਹੈ ਉਹ ਇਹਨਾਂ ਨੂੰ ਪੁੱਠੀ ਪੈ ਗਈ ਹੈ। ਕੋਈ ਆਖੇ ਇਹਨਾਂ ਨੂੰ ਹਵਨ ਅਗਨਾ ਦੀ ਗਰਮੀ ਖੁਸ਼ਕੀ ਸਿਰ ਨੂੰ ਚੜ ਗਈ ਹੈ। ਇਸ ਤਰ੍ਹਾਂ ਕੋਈ ਕੁਛ ਆਖੇ, ਕੋਈ ਕੁਛ ਆਖੇ। ਗੁਰੂ ਜੀ ਨੇ ਫੇਰ ਲਹੂ ਲਿਬੜੀ ਕਿਰਪਾਨ ਨੂੰ ਉੱਚੀ ਕਰਕੇ ਗਰਜਮੀ ਆਵਾਜ਼ ਨਾਲ ਕਿਹਾ, ਕੋਈ ਹੋਰ ਮੇਰਾ ਪਿਆਰਾ ਸਿੱਖ ਸੀਸ ਦੇਵੇ, ਸਾਨੂੰ ਸਿੱਖ ਦੇ ਸਿਰ ਦੀ ਲੋੜ ਹੈ, ਉਸ ਤੋਂ ਬਿਨਾਂ ਸਾਡਾ ਕੰਮ ਨਹੀਂ ਸੌਰ ਸਕਦਾ। ਇਹ ਦੂਜੀ ਵਾਰ ਫੇਰ ਸਿਰ ਦੀ ਮੰਗ ਸੁਣ ਕੇ ਸਾਰੇ ਸਿੱਖ ਹੈਰਾਨ ਹੋ ਰਹੇ ਸਨ ਅਤੇ ਸਿਰ ਨੀਵੇਂ ਕਰਕੇ ਸੋਚਾਂ ਵਿੱਚ ਪੈ ਗਏ। ਪਰ ਫੇਰ ਜਦ ਆਪ ਜੀ ਨੇ ਤੀਜੀ ਵਾਰ ਕਿਹਾ ਕਿ ਕੋਈ ਪਿਆਰਾ ਸਿੱਖ ਸਿਰ ਦੇਵੇ, ਤਾਂ ਧਰਮਦਾਸ ਹਸਤਨਾਪੁਰ ਦਿੱਲੀ ਦਾ ਜੱਟ ਉੱਠ ਖੜਾ ਹੋਇਆ। ਉਸ ਨੂੰ ਵੀ ਆਪ ਕਾਲੀ ਨਾਲ ਬਾਹੋਂ ਫੜ ਕੇ ਤੰਬੂ ਅੰਦਰ ਲੈ ਗਏ ਅਤੇ ਲਹੂ ਲਹਾਨ ਕਿਰਪਾਨ ਲੈ ਕੇ ਫੇਰ ਝਟਪਟ ਬਾਹਰ ਆਣ ਕੇ ਬੜੇ ਰੋਹ ਅਤੇ ਤੇਜ ਨਾਲ ਲਾਲ ਅੱਖਾਂ ਕਰਕੇ ਖੜੇ ਹੋ ਗਏ। ਕਮਜ਼ੋਰ ਦਿਲ ਵਾਲਿਆਂ ਦੇ ਮੂੰਹਾਂ ਉੱਤੇ ਜਰਦੀ ਛਾ ਗਈ। ਉਹ ਦੀਵਾਨ ਵਿੱਚੋਂ ਉੱਠਣਾ ਚਾਹੁੰਦੇ ਸਨ ਪਰ ਜਾ ਨਹੀਂ ਸਨ ਸਕਦੇ। ਆਪਸ ਵਿੱਚ ਹੀ ਸਲਾਹਾਂ ਕਰਨ ਲੱਗੇ ਕਿ ਇਹ ਕਾਲਕਾ ਦੇ ਦਰਸ਼ਨ ਦਾ ਫਲ ਹੈ, ਜਿਸ ਨੇ ਉਲਟੀ ਪੈ ਕੇ ਇਹਨਾਂ ਦੀ ਬੁੱਧੀ ਹੋਰ ਦੀ ਹੋਰ ਕਰ ਦਿੱਤੀ ਹੈ। ਪਹਿਲਾਂ ਵੱਡੇ ਮਸੰਦ ਚੇਤੋ ਨੂੰ ਤਤਸ਼ਿਨ ਹੀ ਮਾਰ ਦਿੱਤਾ, ਹੁਣ ਸਿੱਖਾਂ ਦੇ ਸਿਰ ਵੱਢੀ ਜਾ ਰਹੇ ਹਨ। ਜਦ ਸਾਰਿਆਂ ਨੇ ਇਹ ਸੁਣਿਆ ਕਿ ਕੋਈ ਪਿਆਰਾ ਸਿੱਖ ਸਿਰ ਦੇਵੇ, ਤਾਂ ਬਹੁਤ ਸਾਰੇ ਸਿੱਖ ਜੋ ਪਿੱਛੇ ਬੈਠੇ ਸਨ ਅੱਖ ਬਚਾ ਕੇ ਮਸੰਦਾਂ ਨਾਲ ਮਿਲ ਕੇ ਮਾਤਾ ਗੁਜਰੀ ਜੀ ਪਾਸ ਚਲੇ ਗਏ। ਕਹਿਣ ਲੱਗੇ, ਮਾਤਾ ਜੀ, ਗੁਰੂ ਜੀ ਦੀ ਬੁੱਧੀ ਉਲਟੀ ਹੋ ਗਈ ਹੈ। ਉਹਨਾਂ ਨੇ 2 ਸਿੱਖ ਕਿਰਪਾਨ ਨਾਲ ਪਹਿਲਾਂ ਵੱਢ ਦਿੱਤੇ ਹਨ
ਅਤੇ ਹੁਣ ਹੋਰ ਸਿੱਖਾਂ ਦਾ ਸਿਰ ਮੰਗ ਰਹੇ ਹਨ। ਪਤਾ ਨਹੀਂ ਕਿੰਨੇ ਕੋ ਹੋਰ ਕਤਲ ਕਰ ਦੇਣਗੇ। ਪਹਿਲਾਂ ਇਹਨਾਂ ਨੂੰ ਪਾਉਂਟੇ ਨਿਵਾਸ ਸਮੇਂ ਬਾਬਾ ਰਾਮ ਰਾਏ ਜੀ ਦੇ ਮਸੰਦਾਂ ਨੂੰ ਸਾੜਿਆ, ਫਿਰ ਪਹਾੜੀ ਰਾਜਿਆਂ ਨਾਲ ਅਕਾਰਨ ਵੈਰ ਵਧਾ ਕੇ ਲੜਾਈ ਕੀਤੀ। ਇੱਥੇ ਚੇਤੂ ਮਸੰਦ ਨੂੰ ਸਾੜ ਕੇ 2 ਹੋਰ ਸਿੱਖ ਕਤਲ ਕਰ ਦਿੱਤੇ ਹਨ ਅਤੇ ਅਜੇ ਹੋਰ ਸਿੱਖ ਮੰਗੀ ਹੀ ਜਾਂਦੇ ਹਨ। ਇਹਨਾਂ ਅੱਗੇ ਹੋਰ ਕੋਈ ਪੇਸ਼ ਨਹੀਂ ਜਾ ਸਕਦੀ। ਇਹਨਾਂ ਨੂੰ ਘਰ ਅੰਦਰ ਬੰਦ ਕਰ ਦਿਓ। ਕੋਈ ਸਿੱਖ ਇਹਨਾਂ ਦੇ ਨੇੜੇ ਨਾ ਜਾਵੇ ਅਤੇ ਗੁਰਗੱਦੀ ਉੱਤੇ ਆਪਣੇ ਪੋਤਰੇ ਨੂੰ ਬਿਠਾ ਦੇਵੋ। ਮਾਤਾ ਜੀ ਨੇ ਉਸ ਵੇਲੇ ਇੱਕ ਸਿੱਖ ਨੂੰ ਆਖਿਆ ਕਿ ਜਾਓ ਵੇਖ ਕੇ ਆਓ ਕੀ ਕੁਛ ਹੋ ਰਿਹਾ ਹੈ। ਇਧਰ ਜਦ ਤੀਸਰੀ ਵਾਰ ਗੁਰੂ ਜੀ ਨੇ ਕਿਹਾ ਕਿ ਕੋਈ ਗੁਰੂ ਕਾ ਪਿਆਰਾ ਸਿੱਖ ਸਿਰ ਦੇਵੇ ਤਾਂ ਭਾਈ ਮੋਹਕਮ ਚੰਦ ਦਵਾਰਕਾ ਵਾਸੀ ਜਾਤ ਦਾ ਛਿੰਬਾ ਉੱਠ ਕੇ ਹਾਜ਼ਰ ਹੋ ਗਿਆ। ਉਸ ਨੂੰ ਵੀ ਗੁਰੂ ਜੀ ਫੜ ਕੇ ਤੰਬੂ ਅੰਦਰ ਲੈ ਗਏ ਅਤੇ ਬਾਹਰ ਆਣ ਕੇ ਲਾਲ ਨੇਤਰ ਕਰਕੇ ਲਹੂ ਨਾਲ ਨੁੱਚੜਦੀ ਤਲਵਾਰ ਖੜੀ ਕਰਕੇ 3 ਵਾਰ ਆਖਿਆ ਕੋਈ ਪਿਆਰਾ ਸਿੱਖ ਸਿਰ ਦੇਵੇ। ਤਦ ਬਿਦਰਪੁਰੀ ਦਾ ਰਹਿਣ ਵਾਲਾ ਨਾਈ ਜਾਤੀ ਦਾ ਭਾਈ ਸਾਹਿਬ ਚੰਦ ਹੱਥ ਜੋੜ ਕੇ ਹਾਜ਼ਰ ਹੋ ਕੇ ਕਹਿਣ ਲੱਗਾ, ਸਤਿਗੁਰੂ ਜੀਓ, ਮੇਰਾ ਸਿਰ ਹਾਜ਼ਰ ਹੈ। ਜੇ ਇਹ ਸਰੀਰ ਤੁਹਾਡੇ ਕੰਮ ਆ ਜਾਵੇ ਤਾਂ ਫਿਰ ਹੋਰ ਕਿਸ ਕੰਮ ਵਾਸਤੇ ਰੱਖਣਾ ਹੈ। ਇਸ ਨੂੰ ਵੀ ਗੁਰੂ ਜੀ ਬਾਹੋਂ ਫੜ ਕੇ ਤੰਬੂ ਅੰਦਰ ਲੈ ਗਏ ਅਤੇ ਬਾਹਰ ਆਣ ਕੇ ਫਿਰ ਸਿੱਖ ਦਾ ਸਿਰ ਮੰਗਣ ਲੱਗੇ। ਦੀਵਾਨ ਵਿੱਚ ਹਲਚਲੀ ਮਚ ਗਈ। ਬਹੁਤ ਸਿੱਖ ਉੱਠ ਕੇ ਭੱਜਣ ਲੱਗੇ ਅਤੇ ਪਛਤਾਤਾਪ ਕਰਦੇ ਕਿ ਅਸੀਂ ਇੱਥੇ ਕਿਉਂ ਆ ਗਏ। ਕੁਛ ਸਿੱਦਕੀ ਜੋ ਦੀਵਾਨ ਵਿੱਚ ਬੈਠੇ ਰਹੇ ਉਹ ਕਹਿਣ ਗੁਰੂ ਜੀ ਦੀ ਗੱਤ ਜਾਣੀ ਨਹੀਂ ਜਾਂਦੀ, ਅਕਾਰਨ ਹੀ ਸਿੱਖਾਂ ਨੂੰ ਵੱਢੀ ਜਾ ਰਹੇ ਹਨ। ਲਹੂ ਨਾਲ ਭਰੀ ਹੋਈ ਕਿਰਪਾਨ ਲੈ ਕੇ ਜਦ 5ਵੀਂ ਵਾਰ ਫਿਰ ਪਿਆਰੇ ਸਿੱਖ ਦੇ ਸਿਰ ਦੀ ਮੰਗ ਕੀਤੀ ਤਾਂ ਭਾਈ ਹਿੰਮਤਮਲ ਜਗਨਨਾਥ ਦਾ ਝੀਵਰ ਹੱਥ ਜੋੜ ਕੇ ਆਪਣਾ ਸਿਰ ਦੇਣ ਵਾਸਤੇ ਹਾਜ਼ਰ ਹੋ ਗਿਆ। ਗੁਰੂ ਜੀ ਇਸ ਨੂੰ ਤੰਬੂ ਅੰਦਰ ਲੈ ਗਏ। ਸਭ ਨੇ ਬਾਹਰ ਤਲਵਾਰ ਦੇ ਵਾਰ ਦੀ ਆਵਾਜ਼ ਸੁਣੀ ਅਤੇ ਲਹੂ ਧਾਰਾ ਵੀ ਤੰਬੂ ਤੋਂ ਬਾਹਰ ਜਾਂਦੀ ਵੇਖੀ। ਇਸ ਨਾਲ ਸਭ ਨੇ ਸਮਝ ਲਿਆ ਕਿ ਗੁਰੂ ਜੀ ਨੇ 5 ਸਿੱਖ ਮਾਰ ਦਿੱਤੇ ਹਨ। ਸਤਿਗੁਰੂ ਜੀ ਨੇ ਇਸ ਵਾਰ ਬਾਹਰ ਆਣ ਕੇ ਕਿਰਪਾਨ ਨੂੰ ਸਾਫ਼ ਕਰਕੇ ਮਿਆਨ ਵਿੱਚ ਪਾ ਲਿਆ ਅਤੇ ਸਿੰਘਾਸਨ ਉੱਤੇ ਬੈਠ ਕੇ 5 ਪੋਸ਼ਾਕੇ ਮੰਗਵਾ ਕੇ ਅਤੇ ਤੰਬੂ ਅੰਦਰ ਜਾ ਕੇ 5 ਸਿੰਘਾਂ ਨੂੰ ਪੋਸ਼ਾਕੇ ਪਵਾ ਕੇ ਕਮਰ ਕੱਸੇ ਕਰਕੇ ਬਾਹਰ ਲੈ ਆਂਦਾ।